ਦੋਸਤੋ, ਜੇ ਕਿਸੇ ਮੈਡੀਕਲ ਸਰਜਨ ਜਾਂ ਫਿਰ ਮਾਸਟਰ ਆਫ ਮੈਡੀਸਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਵਿੱਚ ਇੱਕ ਪੜ੍ਹੇ ਲਿਖੇ ਸਮਾਰਟ ਅਤੇ ਇੰਟੈਲੀਜੈਂਟ ਇਨਸਾਨ ਦੀ ਹੀ ਤਸਵੀਰ ਉੱਭਰ ਕੇ ਸਾਹਮਣੇ ਆਵੇਗੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਸ਼ਖਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਸ ਨੂੰ ਤਾਂ ਅੰਗਰੇਜ਼ੀ ਦਾ ਇੱਕ ਅੱਖਰ ਵੀ ਪੜ੍ਹਨਾ ਨਹੀਂ ਆਉਂਦਾ ਸੀ, ਪਰ ਫਿਰ ਵੀ ਉਸ ਨੂੰ ਮਾਸਟਰ ਆਫ ਮੈਡੀਸਨ ਦੀ ਉਪਾਧੀ ਨਾਲ ਕਿਉਂ ਨਵਾਜਿਆ ਗਿਆ, ਜਾਣਨ ਲਈ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਬਣੇ ਰਹੋ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਵੀ ਦਬ ਲਓ ਤਾਂ ਕਿ ਨਵੀਆਂ-ਨਵੀਆਂ ਮੋਟੀਵੇਸ਼ਨਲ ਅਤੇ ਇੰਟਰਸਟਿੰਗ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਕੇਪਟਾਊਨ ਦੀ ਮੈਡੀਕਲ ਯੂਨੀਵਰਸਿਟੀ, ਜਿਸ ਨੂੰ ਦੁਨੀਆ ਦਾ ਸਭ ਤੋਂ ਪਹਿਲਾ ਬਾਈਪਾਸ ਆਪਰੇਸ਼ਨ ਕਰਨ ਦਾ ਮਾਣ ਹਾਸਿਲ ਹੈ, ਇਸ ਯੂਨੀਵਰਸਿਟੀ ਨੇ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰਜ਼ ਆਫ ਮੈਡੀਸਨ ਦੀ ਡਿਗਰੀ ਨਾਲ ਨਵਾਜਿਆ ਜਿਸ ਨੇ ਡਾਕਟਰੀ ਦੀ ਪੜ੍ਹਾਈ ਤਾਂ ਦੂਰ ਸਕੂਲ ਦਾ ਮੂੰਹ ਤੱਕ ਨਹੀਂ ਸੀ ਦੇਖਿਆ। ਉਸ ਨੂੰ ਪੜ੍ਹਾਈ ਦਾ ਇੱਕ ਅੱਖਰ ਤੱਕ ਨਹੀਂ ਸੀ ਆਉਂਦਾ, ਪਰ ਫਿਰ ਵੀ ਉਸ ਨੇ ਆਪਣੀ ਮਿਹਨਤ ਸਦਕਾ ਦੁਨੀਆ ਦੇ ਸਭ ਤੋਂ ਜ਼ਿਆਦਾ ਸਰਜਨ ਪੈਦਾ ਕੀਤੇ। ਇਸ ਵਿਅਕਤੀ ਦਾ ਨਾਮ ਹੈਮਿਲਟਨ ਨੇ ਕੀ ਸੀ। ਹੈਮਿਲਟਨ ਦਾ ਜਨਮ 26 ਜੂਨ 1926 ਵਿੱਚ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ। ਸ਼ੁਰੂਆਤ ਵਿੱਚ ਤਾਂ ਹੈਮਿਲਟਨ ਬੱਕਰੀਆਂ ਚਰਾਉਂਦਾ ਸੀ, ਪਰ ਬਾਅਦ ਵਿੱਚ ਆਪਣੇ ਪਿਤਾ ਦੀ ਵੱਧਦੀ ਬਿਮਾਰੀ ਦੇ ਕਾਰਨ ਉਸ ਨੂੰ ਕੰਮ ਦੀ ਭਾਲ ਵਿੱਚ ਪਿੰਡ ਛੱਡ ਕੇ ਕੇਪਟਾਊਨ ਜਾਣਾ ਪਿਆ। ਉਹਨਾਂ ਦਿਨਾਂ ਵਿੱਚ ਕੇਪਟਾਊਨ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਹੈਮਿਲਟਨ ਉਸ ਯੂਨੀਵਰਸਿਟੀ ਵਿੱਚ ਇੱਕ ਮਜ਼ਦੂਰ ਵਜੋਂ ਭਰਤੀ ਹੋ ਗਿਆ। ਸਾਰਾ ਦਿਨ ਮਿਹਨਤ ਕਰਨ ਪਿੱਛੋਂ ਉਹ ਜੋ ਵੀ ਕਮਾਉਂਦਾ ਆਪਣੇ ਘਰ ਭੇਜ ਦਿੰਦਾ ਅਤੇ ਆਪ ਰੁੱਖਾ ਸੁੱਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ ਅਤੇ ਜਿੱਥੇ ਵੀ ਜਗ੍ਹਾ ਮਿਲਦੀ ਸੌਂ ਕੇ ਰਾਤ ਕੱਟ ਲੈਂਦਾ ਸੀ। ਉਸਾਰੀ ਦਾ ਕੰਮ ਖਤਮ ਹੋਇਆ ਤਾਂ ਉਹ ਇਸੇ ਯੂਨੀਵਰਸਿਟੀ ਵਿੱਚ ਹੀ ਮਾਲੀ ਦੀ ਨੌਕਰੀ ਕਰਨ ਲੱਗਾ। 2-3 ਸਾਲ ਤੱਕ ਉਹ ਇਸੇ ਤਰ੍ਹਾਂ ਹੀ ਘਾਹ ਕੱਟਦਾ ਰਿਹਾ। ਫਿਰ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨੇ ਉਸ ਨੂੰ ਮੈਡੀਕਲ ਸਾਇੰਸ ਦੀ ਦੁਨੀਆ ਦੇ ਸਿਖਰਾਂ ਤੇ ਪਹੁੰਚਾ ਦਿੱਤਾ। ਇੱਕ ਦਿਨ ਦੀ ਗੱਲ ਹੈ, ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਜਿਰਾਫ ਉੱਪਰ ਰਿਸਰਚ ਕਰ ਰਿਹਾ ਸੀ। ਜਦੋਂ ਉਸਨੇ ਜਿਰਾਫ ਨੂੰ ਬੇਹੋਸ਼ ਕਰਕੇ ਉਸ ਦਾ ਆਪਰੇਸ਼ਨ ਸ਼ੁਰੂ ਕੀਤਾ ਤਾਂ ਜਿਰਾਫ ਨੇ ਗਰਦਨ ਹਿਲਾ ਦਿੱਤੀ। ਹੁਣ ਪ੍ਰੋਫੈਸਰ ਨੂੰ ਇੱਕ ਅਜਿਹਾ ਵਿਅਕਤੀ ਚਾਹੀਦਾ ਸੀ ਜੋ ਕਿ ਜਿਰਾਫ ਦੀ ਗਰਦਨ ਪਕੜ ਕੇ ਰੱਖ ਸਕੇ। ਪ੍ਰੋਫੈਸਰ ਆਪਰੇਸ਼ਨ ਥੀਏਟਰ ਤੋਂ ਬਾਹਰ ਆਏ ਤਾਂ ਉਹਨਾਂ ਦਾ ਧਿਆਨ ਹੈਮਿਲਟਨ ਤੇ ਗਿਆ। ਹੈਮਿਲਟਨ ਘਾਹ ਕੱਟ ਰਿਹਾ ਸੀ। ਪ੍ਰੋਫੈਸਰ ਨੇ ਇਸ਼ਾਰੇ ਨਾਲ ਹੈਮਿਲਟਨ ਨੂੰ ਆਪਣੇ ਕੋਲ ਬੁਲਾਇਆ ਅਤੇ ਜਿਰਾਫ ਦੀ ਗਰਦਨ ਫੜ ਕੇ ਰੱਖਣ ਲਈ ਕਿਹਾ। ਹੈਮਿਲਟਨ ਨੇ ਜਿਰਾਫ ਦੀ ਗਰਦਨ ਫੜ ਲਈ ਅਤੇ ਇਹ ਆਪਰੇਸ਼ਨ ਲਗਾਤਾਰ 8 ਘੰਟੇ ਚੱਲਿਆ। ਇਸ ਦੌਰਾਨ ਪ੍ਰੋਫੈਸਰ ਨੇ ਚਾਹ ਕੌਫੀ ਵੀ ਪੀਤੀ, ਪਰ ਹੈਮਿਲਟਨ ਪੂਰੇ 8 ਘੰਟੇ ਆਪਰੇਸ਼ਨ ਦੇ ਦੌਰਾਨ ਜਿਰਾਫ ਦੀ ਗਰਦਨ ਫੜ ਕੇ ਖੜਾ ਰਿਹਾ। ਆਪਰੇਸ਼ਨ ਤੋਂ ਬਾਅਦ ਹੈਮਿਲਟਨ ਚੁੱਪਚਾਪ ਆਪਰੇਸ਼ਨ ਥੀਏਟਰ 'ਚੋਂ ਬਾਹਰ ਨਿਕਲਿਆ ਅਤੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਵੀ ਉਹ ਜਿਰਾਫ ਦੀ ਗਰਦਨ ਫੜ ਕੇ ਖੜਾ ਰਿਹਾ। ਹੌਲੀ-ਹੌਲੀ ਇਹ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਉਹ ਹਰ ਰੋਜ਼ 8-9 ਘੰਟੇ ਆਪਰੇਸ਼ਨ ਥੀਏਟਰ ਵਿੱਚ ਜਾਨਵਰਾਂ ਦੇ ਆਪਰੇਸ਼ਨ ਵਿੱਚ ਮਦਦ ਕਰਦਾ ਅਤੇ ਬਾਅਦ ਵਿੱਚ ਮੈਦਾਨ ਵਿੱਚੋਂ ਘਾਹ ਕੱਟਣ ਦਾ ਕੰਮ ਕਰਦਾ ਸੀ। ਕਈ ਮਹੀਨਿਆਂ ਤੱਕ ਉਹ ਦੁੱਗਣਾ ਕੰਮ ਕਰਦਾ ਰਿਹਾ, ਪਰ ਉਸਨੇ ਨਾ ਹੀ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਇਸ ਖਿਲਾਫ ਕੋਈ ਸ਼ਿਕਾਇਤ ਕੀਤੀ। ਪ੍ਰੋਫੈਸਰ ਹੈਮਿਲਟਨ ਦੇ ਇਸ ਰਵੱਈਏ ਤੋਂ ਬਹੁਤ ਖੁਸ਼ ਸੀ, ਇਸ ਲਈ ਉਸਨੇ ਹੈਮਿਲਟਨ ਨੂੰ ਇੱਕ ਮਾਲੀ ਤੋਂ ਲੈਬ ਸਹਾਇਕ ਬਣਾ ਦਿੱਤਾ। ਹੁਣ ਉਸ ਦਾ ਕੰਮ ਲੈਬ ਵਿੱਚ ਸਰਜਨਾਂ ਦੀ ਮਦਦ ਕਰਨਾ ਸੀ, ਜੋ ਕਿ ਉਹ ਕਈ ਸਾਲਾਂ ਤੱਕ ਕਰਦਾ ਰਿਹਾ। ਸੰਨ 1958 ਵਿੱਚ ਉਸ ਯੂਨੀਵਰਸਿਟੀ ਵਿੱਚ ਡਾਕਟਰ ਕ੍ਰਿਸਟੀਅਨ ਬਰਨਾਰਡ ਆਏ। ਹੁਣ ਡਾਕਟਰ ਬਰਨਾਰਡ ਨੇ ਦਿਲ ਦੀ ਟ੍ਰਾਂਸਪਲਾਂਟੇਸ਼ਨ ਦਾ ਕੰਮ ਸ਼ੁਰੂ ਕੀਤਾ ਅਤੇ ਹੈਮਿਲਟਨ ਉਹਨਾਂ ਦਾ ਅਸਿਸਟੈਂਟ ਬਣ ਗਿਆ। ਜੋ ਵੀ ਕੰਮ ਡਾਕਟਰ ਬਰਨਾਰਡ ਕਰਦੇ, ਹੈਮਿਲਟਨ ਉਸ ਨੂੰ ਧਿਆਨ ਨਾਲ ਦੇਖਦਾ ਰਹਿੰਦਾ। ਹੁਣ ਡਾਕਟਰ ਨੇ ਹੈਮਿਲਟਨ ਨੂੰ ਟਾਂਕੇ ਲਗਾਉਣ ਦਾ ਕੰਮ ਸੌਂਪ ਦਿੱਤਾ ਸੀ। ਹੈਮਿਲਟਨ ਇੱਕ ਦਿਨ ਵਿੱਚ ਘੱਟੋ-ਘੱਟ 50 ਲੋਕਾਂ ਦੇ ਟਾਂਕੇ ਲਗਾ ਦਿੰਦਾ ਸੀ। ਆਪਰੇਸ਼ਨ ਥੀਏਟਰ ਵਿੱਚ ਕੰਮ ਕਰਦਿਆਂ-ਕਰਦਿਆਂ ਉਹ ਇਨਸਾਨੀ ਜਿਸਮ ਨੂੰ ਡਾਕਟਰਾਂ ਤੋਂ ਵਧੇਰੇ ਸਮਝਣ ਲੱਗ ਪਿਆ ਸੀ, ਜਿਸ ਕਾਰਨ ਵੱਡੇ ਡਾਕਟਰਾਂ ਨੇ ਉਸ ਨੂੰ ਛੋਟੇ ਡਾਕਟਰਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਹੌਲੀ-ਹੌਲੀ ਹੁਣ ਉਸ ਦਾ ਪ੍ਰਭਾਵ ਸਾਰੀ ਯੂਨੀਵਰਸਿਟੀ ਵਿੱਚ ਫੈਲਣ ਲੱਗ ਪਿਆ ਸੀ।
ਸਨ 1970 ਵਿੱਚ ਲੀਵਰ ਦੀ ਟ੍ਰਾਂਸਪਲਾਂਟੇਸ਼ਨ ਦੀ ਖੋਜ ਸ਼ੁਰੂ ਹੋ ਗਈ। ਇੱਕ ਆਪਰੇਸ਼ਨ ਦੌਰਾਨ ਹੈਮਿਲਟਨ ਨੇ ਇੱਕ ਅਜਿਹੀ ਨਾੜੀ ਦੀ ਨਿਸ਼ਾਨਦੇਹੀ ਕਰ ਦਿੱਤੀ ਜਿਸ ਕਾਰਨ ਟ੍ਰਾਂਸਪਲਾਂਟੇਸ਼ਨ ਹੋਰ ਵੀ ਆਸਾਨ ਹੋ ਗਈ ਅਤੇ ਉਸ ਦੀ ਇਸ ਨਿਸ਼ਾਨਦੇਹੀ ਨੇ ਮੈਡੀਕਲ ਸਾਇੰਸ ਨੂੰ ਹੈਰਾਨ ਕਰਕੇ ਰੱਖ ਦਿੱਤਾ। ਅੱਜ ਦੀ ਤਰੀਕ ਵਿੱਚ ਦੁਨੀਆ ਵਿੱਚ ਜੇ ਕਿਤੇ ਵੀ ਲੀਵਰ ਦਾ ਆਪਰੇਸ਼ਨ ਹੁੰਦਾ ਹੈ ਅਤੇ ਆਪਰੇਸ਼ਨ ਤੋਂ ਬਾਅਦ ਕੋਈ ਮਰੀਜ਼ ਅੱਖਾਂ ਖੋਲ੍ਹ ਕੇ ਦੁਨੀਆ ਵੇਖਦਾ ਹੈ ਤਾਂ ਇਸ ਦਾ ਕ੍ਰੈਡਿਟ ਹੈਮਿਲਟਨ ਨੂੰ ਹੀ ਜਾਂਦਾ ਹੈ। ਹੈਮਿਲਟਨ ਨੇ ਇਹ ਰੁਤਬਾ ਕਿਸੇ ਕਾਗਜ਼ੀ ਡਿਗਰੀ ਨਾਲ ਨਹੀਂ ਸਗੋਂ ਦ੍ਰਿੜ ਨਿਸ਼ਚਾ ਅਤੇ ਨਿਰੰਤਰ ਮਿਹਨਤ ਨਾਲ ਹਾਸਲ ਕੀਤਾ ਹੈ। ਉਸਨੇ ਯੂਨੀਵਰਸਿਟੀ ਵਿੱਚ ਆਪਣੇ 50 ਵਰ੍ਹਿਆਂ ਦੀ ਨੌਕਰੀ ਦੇ ਦੌਰਾਨ ਇੱਕ ਵੀ ਛੁੱਟੀ ਨਹੀਂ ਕੀਤੀ। ਨਾ ਹੀ ਉਸਨੇ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਉਸਨੂੰ ਘੱਟ ਸਹੂਲਤਾਂ ਮਿਲਣ ਦੇ ਕਾਰਨ ਉਸਨੇ ਕੋਈ ਸ਼ਿਕਾਇਤ ਕੀਤੀ। ਫਿਰ ਇੱਕ ਅਜਿਹਾ ਸਮਾਂ ਆਇਆ ਜਦੋਂ ਹੈਮਿਲਟਨ ਨੂੰ ਮਿਲਣ ਵਾਲੀ ਤਨਖਾਹ ਅਤੇ ਉਸ ਨੂੰ ਮਿਲਣ ਵਾਲੀਆਂ ਸਹੂਲਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲੋਂ ਵੀ ਕਿਤੇ ਵਧੇਰੇ ਸਨ। ਉਹ ਮੈਡੀਕਲ ਸਾਇੰਸ ਦਾ ਪਹਿਲਾ ਅਨਪੜ੍ਹ ਬਾਦਸ਼ਾਹ ਸੀ। ਉਹ ਪਹਿਲਾ ਅਨਪੜ੍ਹ ਸਰਜਨ ਸੀ ਜਿਸ ਨੇ ਕਈ ਸਰਜਨਜ਼ ਨੂੰ ਟ੍ਰੇਨਿੰਗ ਦਿੱਤੀ। ਉਸ ਦੀ ਮੌਤ ਮਗਰੋਂ ਉਸ ਨੂੰ ਯੂਨੀਵਰਸਿਟੀ ਵਿੱਚ ਹੀ ਦਫਨਾਇਆ ਗਿਆ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਹੈਮਿਲਟਨ ਆਮ ਮੁਲਾਜ਼ਮਾਂ ਵਾਂਗੂ ਇਹ ਕਹਿ ਕੇ ਛੁਟਕਾਰਾ ਪਾ ਲੈਂਦਾ ਕਿ ਉਹ ਤਾਂ ਸਿਰਫ ਇੱਕ ਮਾਲੀ ਹੈ, ਆਪਰੇਸ਼ਨ ਥੀਏਟਰ ਵਿੱਚ ਮਦਦ ਕਰਨਾ ਉਸ ਦਾ ਕੰਮ ਨਹੀਂ, ਤਾਂ ਉਹ ਸਿਰਫ ਇੱਕ ਮਾਲੀ ਬਣ ਕੇ ਹੀ ਰਹਿ ਜਾਂਦਾ। ਇਹ ਹੈਮਿਲਟਨ ਵੱਲੋਂ ਕੀਤੀ ਗਈ ਨਿਰੰਤਰ ਮਿਹਨਤ ਦਾ ਕਮਾਲ ਸੀ ਜਿਸ ਨੇ ਉਸ ਦੀ ਕਾਮਯਾਬੀ ਦੇ ਦਰਵਾਜ਼ੇ ਖੋਲ੍ਹ ਕੇ ਰੱਖ ਦਿੱਤੇ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਨੌਕਰੀ ਲੱਭਣ ਵਿੱਚ ਹੀ ਗਵਾ ਦਿੰਦੇ ਹਾਂ, ਜਦ ਕਿ ਸਾਨੂੰ ਨੌਕਰੀ ਦੀ ਥਾਂ ਕੰਮ ਲੱਭਣਾ ਚਾਹੀਦਾ ਹੈ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਅਸੀਂ ਕਿਸੇ ਵੀ ਉਮਰ ਵਿੱਚ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਉਸ ਨੂੰ ਪੂਰੀ ਸ਼ਿੱਦਤ ਨਾਲ ਸਿੱਖ ਸਕਦੇ ਹਾਂ। ਹੈਮਿਲਟਨ ਇਸ ਗੱਲ ਨੂੰ ਸਮਝ ਚੁੱਕਾ ਸੀ, ਇਸ ਲਈ ਉਸਨੇ ਨੌਕਰੀ ਲੱਭਣ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ। ਇਹੀ ਕਾਰਨ ਸੀ ਕਿ ਉਸਨੇ ਮੈਡੀਕਲ ਸਾਇੰਸ ਦੀ ਦੁਨੀਆ ਦੇ ਵਿੱਚ ਧੂਮਾਂ ਪਾ ਦਿੱਤੀਆਂ। ਤੁਸੀਂ ਆਪ ਹੀ ਸੋਚੋ, ਜੇਕਰ ਹੈਮਿਲਟਨ ਯੂਨੀਵਰਸਿਟੀ ਨੂੰ ਸਰਜਨ ਦੀ ਨੌਕਰੀ ਲੈਣ ਲਈ ਅਰਜ਼ੀ ਪਾਉਂਦਾ ਤਾਂ ਕੀ ਉਸਨੂੰ ਇਹ ਨੌਕਰੀ ਮਿਲ ਜਾਂਦੀ? ਇਸ ਲਈ ਉਸਨੇ ਆਪਣੇ ਹੱਥ ਵਿੱਚੋਂ ਖੁਰਪਾ ਛੱਡਿਆ ਅਤੇ ਆਪਰੇਸ਼ਨ ਥੀਏਟਰ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਅੱਜ ਸਾਨੂੰ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਇੱਕ ਨਵਾਂ ਕੰਮ ਲੱਭਣ ਦੀ ਲੋੜ ਹੈ ਅਤੇ ਉਸ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰਨ ਦੀ ਲੋੜ ਹੈ। ਆਪਣੀ ਆਮਦਨ ਨਾਲੋਂ ਵਧੇਰੇ ਕੰਮ ਕਰਨ ਵਾਲੇ ਜਲਦ ਹੀ ਆਪਣੇ ਕੰਮ ਨਾਲੋਂ ਵਧੇਰੇ ਆਮਦਨ ਲੈਣ ਲੱਗ ਜਾਂਦੇ ਹਨ। ਦੋਸਤੋ, ਅੱਜ ਲਈ ਸਿਰਫ ਇੰਨਾ ਹੀ। ਜੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਅੱਗੇ ਵਧਣ ਲਈ ਮੋਟੀਵੇਸ਼ਨ ਮਿਲ ਸਕੇ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਅਤੇ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਲਈ ਮਿਲਿਆ, ਕਮੈਂਟ ਕਰਕੇ ਜ਼ਰੂਰ ਦੱਸਿਓ।